कोई ਉਹਦਾ खुशी ਨਾਲ ਉਹ ਧਰਨਾ नहीं ਲਾਉਂਦਾ। किसान उदों धरना लाऊगा ਜਦੋਂ कोई ਉਹਦੀ ਕਿਸੇ ਚੀਜ਼ ਦਾ ਹੱਲ ਨਾ ਹੋਵੇ, ਕਿਉਂਕਿ ਇਹ ਧਰਨੇ ਜਿਹੜੇ ਹੁਣ ਲੱਗ ਰਹੇ ਆ ਸਰਕਾਰ ਨਾਲ ਇਸ ਤੋਂ ਪਹਿਲਾਂ ਮੀਟਿੰਗ ਹੋ ਚੁੱਕੀ ਹੈ। ਤੁਸੀਂ ਸਿਆਸਤ ਦਾ ਰਾਹ ਚੁਣਿਆ, ਤੁਹਾਡੇ ਜਥੇਬੰਦੀ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਹੋਣ, ਹੋਰ ਕਈ ਵੱਡੇ ਨਾਮ ਸਨ ਉਸ ਦੇ ਵਿੱਚ। ਤੁਹਾਨੂੰ ਲੱਗਦਾ ਕਿ ਜਿਹੜੀ ਤਾਕਤ 2020 ਦੇ ਵਿੱਚ ਦੇਖਣ ਨੂੰ ਮਿਲੀ ਸੀ, ਨਵੰਬਰ ਤੋਂ 2021 ਤੱਕ ਕਿਸਾਨਾਂ ਦਾ ਸਾਥ ਵੀ ਲੋਕਾਂ ਦਾ ਮਿਲਿਆ, ਫਿਰ ਚਾਹੇ ਦਿੱਲੀ ਦੇ ਹੋਣ ਹਰਿਆਣੇ ਦੇ ਹੋਣ, ਉਹ ਸਾਥ ਤੁਹਾਨੂੰ ਲੱਗ ਰਿਹਾ ਕਿ ਜਿੱਥੇ ਤੁਹਾਡੇ ਆਪਸ ਦੇ ਵਿੱਚ ਵਖਰੇਵੇਂ ਹੋ ਚੁੱਕੇ ਨੇ ਕਿ ਉਨਾ ਹੀ ਸਾਥ ਉਹਦੇ ਤੇ ਜਥੇਬੰਦੀਆਂ ਸਾਰੀਆਂ ਇਕੱਠੀਆਂ, ਪਰ ਇਹਨਾਂ ਦਾ ਆਪਸ 'ਚ ਆਈਡੀਓਲੋਜੀ ਡਿਫਰੈਂਸ ਇਹ ਸ਼ੁਰੂ ਤੋਂ ਰਿਹਾ ਹੈ। ਧਰਨਾ ਲਾਇਆ ਸੀਗਾ ਉਦੋਂ ਵੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ 4-5 ਜਥੇਬੰਦੀਆਂ ਸੀਗੀਆਂ ਪੰਜਾਬ ਦੇ ਵਿੱਚ ਜਿਹੜੀਆਂ ਇਕੱਠੀਆਂ ਹੋਈਆਂ ਸੀ। ਜਿਵੇਂ ਜਿਵੇਂ ਲੋਕਾਂ 'ਚ ਅਵੇਅਰਨੈਸ ਕ੍ਰੀਏਟ ਹੁੰਦੀ ਗਈ ਹੋਰ ਲੋਕ ਜੁੜਦੇ ਜਾਂਦੇ ਆ। ਇਹ ਜਿਹੜੇ ਮੁੱਦਿਆਂ ਤੇ ਬੈਠੇ ਆ ਇਹ ਸੇਮ ਮੁੱਦੇ ਹੀ ਸਾਡੇ ਆ, ਪਰ ਚਲੋ ਜਦੋਂ ਕਿਤੇ ਸਾਨੂੰ ਕਹਿਣਗੇ ਸਾਥ ਦੇਣ ਲਈ, ਕਿਉਂਕਿ ਅਸੀਂ ਸਾਥ ਕਿਹਦਾ ਦੇਣਾ, ਆਮ ਲੋਕਾਂ ਦਾ। ਦਿੱਲੀ ਤੋਂ ਉਦਾਹਰਨ ਮਿਲੀ ਸੀ, ਆਪਾਂ ਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚੋਂ ਹੀ ਇਕੱਠੇ ਹੋ ਕੇ ਚੱਲੀਏ, ਜਾਂ ਫਿਰ ਮਕਸਦ ਇਹ ਉਹ ਕਰ ਲਿਆ ਕਿ ਪੰਜਾਬ ਦੇ ਵਿੱਚੋਂ ਵੱਖ-ਵੱਖ ਹੋ ਕੇ ਚੱਲੀਏ, ਬਾਕੀ ਸੂਬਿਆਂ 'ਚ ਪਹੁੰਚ ਕੇ ਇਕੱਠੇ ਹੋ ਜਾਈਏ। ਕਿ ਜਦੋਂ ਧਰਨਾ ਲਾਵਾਂਗੇ ਬੇਸ਼ੱਕ ਉਦੋਂ 5-7-10 ਜਥੇਬੰਦੀਆਂ ਹੀ ਹੋਣ, ਪਰ ਹੌਲੀ ਹੌਲੀ ਜਿਵੇਂ ਜਿਵੇਂ ਮੁੱਦੇ ਦੀ ਸਮਝ ਲੱਗੂਗੀ ਬਾਕੀ ਜਥੇਬੰਦੀਆਂ ਵੀ ਜੁਆਇਨ ਕਰਨਗੀਆਂ, ਕਿਉਂਕਿ ਆਫਟਰ ਆਲ ਕਿਹਨੂੰ ਬਚਾ ਰਹੇ ਆ, ਪੰਜਾਬ ਦਾ ਜੇ ਪਾਣੀ ਨਾ ਬਚਿਆ। ਉਸ ਤੋਂ ਬਾਅਦ ਜਿਹੜੀ ਤਕਰਾਰ ਆਈ ਹੈ, ਕਿਉਂਕਿ ਹੁਣ ਤੱਕ ਵੀ ਉਹ ਤਕਰਾਰ ਦੂਰ ਨਹੀਂ ਹੋਈ, ਤੁਹਾਨੂੰ ਲੱਗਦਾ ਕਿ ਜੇ ਵੱਡਾ ਕੋਈ ਪ੍ਰੋਗਰਾਮ ਜਾਂ ਸੰਘਰਸ਼ ਉਲੀਕਣਾ ਪਿਆ ਦੁਬਾਰੇ ਇਕਜੁੱਟ ਹੋਵੋਗੇ? ਬਿਲਕੁਲ 200% ਹੋਵਾਂਗੇ ਇਕਜੁੱਟ। ਕੋਈ ਚੀਜ਼ ਆਪਾਂ ਬਦਲਾ ਲਿਆਉਣਾ ਨਾ, ਉਦੋਂ ਉਹ ਸਿੰਗਲ ਡੇ ਦੇ ਵਿੱਚ ਨਹੀਂ ਆਉਂਦਾ, ਉਹਦੇ ਲਈ ਸੰਘਰਸ਼ ਵੀ ਕਰਨਾ ਪੈਂਦਾ, ਉਹਦੇ ਲਈ ਕਹਿੰਦੇ ਹੁੰਦੇ ਆ ਬਲੀਦਾਨ ਵੀ ਦੇਣਾ ਪੈਂਦਾ। ਇੱਕ ਹਿਸਾਬ ਦਾ ਅਸੀਂ ਉਹ ਬਲੀਦਾਨ ਹੀ ਦਿੱਤਾ ਸੀ ਉਹ ਇਲੈਕਸ਼ਨ ਲੜ ਕੇ। ਕੋਈ ਗੱਲ ਨਹੀਂ, ਜੇ ਤੁਹਾਨੂੰ ਲੱਗਦਾ ਕਿ ਇਕਜੁੱਟ ਹੋਣਾ ਚਾਹੀਦਾ ਸੀ ਤਾਂ ਹੁਣ ਤੱਕ ਵੀ ਹੋ ਜਾਂਦੇ, ਕਿਉਂਕਿ ਅੱਜ ਦਿਨ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇੱਕ ਨਵੀਂ ਰੂਪਰੇਖਾ ਤਾਂ ਤੁਸੀਂ ਉਲੀਕ ਰਹੇ ਹੋ, ਪਰ ਲੋਕਾਂ ਦੀ ਨਿਗਾਹ ਦੇ ਵਿੱਚ ਉਹ ਤਾਂ ਨੈਗੇਟਿਵ ਸਾਬਿਤ ਹੋ ਰਹੀ ਹੈ। ਕਿਉਂਕਿ ਹਰਜੀਤ ਗਰੇਵਾਲ ਉਹ ਪਹਿਲਾਂ ਵੀ ਕਹਿੰਦੇ ਸੀ ਕਿ ਤਾਂ ਸਿਆਸਤ ਦਾ ਰੁਖ ਕਰਨਗੇ, ਉਹਨਾਂ ਨੇ ਬਾਅਦ 'ਚ ਵੀ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਸੀ ਸਿਆਸਤ ਵੱਲ ਗਏ ਨੇ ਕਿਸਾਨ ਲੀਡਰ। ਕੈਂਡੀਡੇਟ ਨੂੰ ਸਿਕਿਉਰਿਟੀ ਮਿਲਦੀ ਹੈ, ਸੇਮ ਡੇ ਜਿੱਦਣ ਮੈਨੂੰ ਮਿਲੀ ਸੀ ਮੈਂ ਕਹਿੰਦਾ ਸੀ ਮੇਰੀ ਵਿਡਰਾਅ ਕਰ ਲਓ, ਸਾਨੂੰ ਲੋੜ ਹੀ ਨਹੀਂ ਜੀ। ਅਸੀਂ ਕਿਹੜਾ ਕੋਈ ਵੱਡਾ ਲਾਮ ਲਸ਼ਕਰ ਲੈ ਕੇ ਜਾਂਦੇ ਸੀਗੇ, ਆਮ 1-2 ਕਾਰਾਂ ਤੇ ਜਾ ਕੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ। ਜਦੋਂ ਕੁਰਸੀ ਮਿਲ ਜਾਏ ਫਿਰ ਇਹ ਜਿਹੜੀ ਸੋਚ ਆ ਬਦਲ ਜਾਂਦੀ ਆ। ਮੁੱਖ ਮੰਤਰੀ ਬਣ ਚੁੱਕੇ ਨੇ ਭਗਵੰਤ ਮਾਨ, ਉਹ ਵੀ ਕਹਿੰਦੇ ਸੀ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ, ਹੁਣ ਕਹਿੰਦੇ ਉਹਨਾਂ ਜਿੱਡਾ ਕਾਫਲਾ ਤਾਂ ਕਿਸੇ ਕੋਲ ਹੈ ਹੀ ਨਹੀਂ। ਲੈ ਦੇਖੋ, ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਨਹੀਂ ਇਹ ਕੁਛ ਕਰਨਾ, ਕਿਉਂਕਿ ਜਿਵੇਂ ਉਹ ਇੱਕ ਆਮ ਲੋਕਾਂ ਦੇ ਲੀਡਰ ਬਣ ਕੇ ਉੱਭਰੇ ਆ, ਆਮ ਕਹਿੰਦੇ ਹੁੰਦੇ ਬੜੇ ਪਿੰਡਾਂ ਦੇ ਵਿੱਚੋਂ ਨਿਕਲੇ ਸੀਗੇ ਤੇ ਲੋਕਾਂ ਨੂੰ ਇੱਕ ਬੜੀ ਵੱਖਰੀ ਉਮੀਦ ਸੀ ਉਹਨਾਂ ਤੋਂ, ਪਰ ਅੱਜ ਵੀ ਉਹ ਕੁਛ ਹੀ ਹੋ ਰਿਹਾ। ਨਿਊਜ਼ ਓਨਲੀ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ। ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਬਣ ਜੇ, ਪਰ ਲਗਾਤਾਰ ਧਰਨੇ ਪ੍ਰਦਰਸ਼ਨ ਪੰਜਾਬ ਦੇ ਵਿੱਚ ਅਤੇ ਪੰਜਾਬ ਦੀਆਂ ਸੜਕਾਂ ਤੇ ਹੁੰਦੇ ਆਏ ਨੇ। ਅਤੇ ਜੇਕਰ ਹੁਣ ਦੇ ਫਿਲਹਾਲ ਦੇ ਸਮੇਂ ਦੀ ਗੱਲ ਕਰੀਏ ਤਾਂ ਹੁਣ ਵੀ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਨੇ ਕਿ ਲਗਾਤਾਰ ਜਾਂ ਤਾਂ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਜਾਂ ਫਿਰ ਵੱਖ-ਵੱਖ ਜਿਹੜੇ ਡਿਪਾਰਟਮੈਂਟਾਂ ਦੇ ਅਧਿਆਪਕ ਨੇ ਉਹਨਾਂ ਦੇ ਵੱਲੋਂ ਕਦੇ ਸਰਕਾਰਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਪਰ ਜੇਕਰ ਪਿਛਲੇ 2 ਦਿਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹਾਲਾਤ ਅਜਿਹੇ ਨੇ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਿਸਾਨ ਸੜਕਾਂ ਤੇ ਉਤਰੇ ਹੋਏ ਨੇ, ਤਾਂ ਉੱਥੇ ਹੀ ਜਿਹੜੇ ਲੋਕ ਨੇ ਉਹ ਵੀ ਕਾਫੀ ਪਰੇਸ਼ਾਨ ਹੋ ਰਹੇ ਨੇ। ਤੇ ਇਹ ਕਹਿ ਸਕਦੇ ਹਾਂ ਕਿ ਜਿੱਥੇ ਕਿਸਾਨਾਂ ਨੂੰ ਲੋਕਾਂ ਦਾ ਸਾਥ ਮਿਲ ਰਿਹਾ ਸੀ, ਪਰ ਹੁਣ ਕਿਤੇ ਨਾ ਕਿਤੇ ਲੋਕ ਵੀ ਕਿਸਾਨਾਂ ਦੇ ਖਿਲਾਫ ਹੁੰਦੇ ਨਜ਼ਰ ਆ ਰਹੇ ਨੇ। ਤਾਂ ਇਸੇ ਮੁੱਦੇ ਨੂੰ ਲੈ ਕੇ ਸਾਡੇ ਨਾਲ ਕਿਸਾਨ ਲੀਡਰ ਰਵਨੀਤ ਬਰਾੜ ਜੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਇੱਕ ਵੱਡਾ ਸੰਘਰਸ਼ ਜਦੋਂ ਲਿਖਿਆ ਸੀ ਉਦੋਂ ਉਸ ਸਫ਼ਰ ਦੇ ਵਿੱਚ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ, ਬਾਅਦ ਦੇ ਵਿੱਚ ਸਿਆਸਤ ਦੇ ਸਫ਼ਰ ਤੇ ਵੀ ਤੁਰੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਰਾੜ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਨਿਊਜ਼ ਓਨਲੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਬਹੁਤ-ਬਹੁਤ। ਬਰਾੜ ਸਾਹਿਬ, ਤੁਸੀਂ ਵੱਡਾ ਸੰਘਰਸ਼ ਜਿਹੜਾ ਸਾਰੀ ਦੁਨੀਆ ਨੇ ਦੇਖਿਆ, ਵਿਦੇਸ਼ ਦੇ ਵਿੱਚ ਦੇਖਿਆ, ਸਫਲ ਵੀ ਹੋਏ, ਉਸ ਦਾ ਹਿੱਸਾ ਰਹੇ, ਬਹੁਤ ਵੱਡਾ ਯੋਗਦਾਨ ਤੁਹਾਡਾ ਰਿਹਾ। ਬਾਅਦ ਦੇ ਵਿੱਚ ਸਿਆਸਤ ਦੇ ਰਾਹ 'ਤੇ ਵੀ ਤੁਸੀਂ ਪਏ, ਪਰ ਜਿਹੜੇ ਹੁਣ ਸਥਿਤੀ ਪੰਜਾਬ ਦੇ ਵਿੱਚ ਬਣੀ ਹੋਈ ਆ, ਸਰਕਾਰ ਪਹਿਲਾਂ ਕਾਂਗਰਸ ਸੀ, ਉਦੋਂ ਵੀ ਕਿਸਾਨ ਲਗਾਤਾਰ ਗੰਨਾ ਕਿਸਾਨ ਸਨ, ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੀ। ਅਤੇ ਹੁਣ ਜੇਕਰ ਮੈਂ ਗੱਲ ਕਰਾਂ, ਹੁਣ ਤਾਂ ਕਿਸਾਨੀ ਦੀ ਜੇਕਰ ਗੱਲ ਕਰੀਏ ਵੱਖ-ਵੱਖ ਜਥੇਬੰਦੀਆਂ ਵੀ ਬਣ ਚੁੱਕੀਆਂ ਨੇ, ਸਰਕਾਰ ਦੇ ਲਈ ਵੀ ਚੁਣੌਤੀਆਂ ਨੇ। ਕਿਸ ਤਰੀਕੇ ਦੇ ਨਾਲ ਦੇਖਦੇ ਹੋ, ਕਿਉਂਕਿ ਲੋਕ ਵੀ ਕਾਫੀ ਪਰੇਸ਼ਾਨ ਹੋ ਰਹੇ ਨੇ? ਦੇਖੋ, ਇੱਕ ਨਾ ਇਹਦੇ 'ਚ ਅੰਡਰਸਟੈਂਡ ਕਰਨਾ ਪੈਣਾ ਆਪਾਂ ਨੂੰ ਵੀ ਕਿਸਾਨ ਕੋਈ ਉਹਦਾ ਖੁਸ਼ੀ ਨਾਲ ਉਹ ਧਰਨਾ ਨਹੀਂ ਲਾਉਂਦਾ ਜੀ। ਕਿਸਾਨ ਉਦੋਂ ਧਰਨਾ ਲਾਊਗਾ ਜਦੋਂ ਕੋਈ ਉਹਦੀ ਕਿਸੇ ਚੀਜ਼ ਦਾ ਹੱਲ ਨਾ ਹੋਵੇ, ਕਿਉਂਕਿ ਇਹ ਧਰਨੇ ਜਿਹੜੇ ਹੁਣ ਲੱਗ ਰਹੇ ਆ ਸਰਕਾਰ ਨਾਲ ਇਸ ਤੋਂ ਪਹਿਲਾਂ ਮੀਟਿੰਗ ਹੋ ਚੁੱਕੀ ਹੈ ਤੇ ਸਰਕਾਰ ਨੇ ਕਮਿਟਮੈਂਟ ਕੀਤੀ ਸੀ
ਵੀ ਅਗਲੇ ਅਸੀਂ 10-15 ਦਿਨਾਂ ਦੇ ਵਿੱਚ ਜਿਹੜੇ ਮੁੱਦਿਆਂ ਤੇ ਸਾਡੇ ਸਮਝੌਤਾ ਹੋਇਆ ਉਹਦਾ ਅਸੀਂ ਨੋਟੀਫਿਕੇਸ਼ਨ ਜਾਰੀ ਕਰਾਂਗੇ। ਪਰ ਸਰਕਾਰ ਨੇ ਉਹ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਤਾਂ ਅਖੀਰ ਕਿਸਾਨ ਨੂੰ ਦੁਬਾਰਾ ਧਰਨਾ ਲਾਉਣਾ ਪਿਆ। ਸੋ ਇਹ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਹੋ ਰਹੀ ਹੈ ਉਹਦੇ ਲਈ ਅਸੀਂ ਉਹਨਾਂ ਤੋਂ ਕਹਿੰਦੇ ਮਾਫੀ ਮੰਗਦੇ ਹਾਂ। ਪਰ ਜਦੋਂ ਕੋਈ ਹੱਲ ਹੀ ਨਾ ਬਚੇ, ਜਦੋਂ ਆਪਦੇ ਹੱਕਾਂ ਨੂੰ ਲੈਣ ਲਈ ਹੱਲ ਨਾ ਬਚੇ, ਉਦੋਂ ਧਰਨਾ ਪ੍ਰਦਰਸ਼ਨ ਹੀ ਇੱਕ ਹੱਲ ਰਹਿ ਜਾਂਦਾ ਹੈ। ਤੁਸੀਂ ਮੀਟਿੰਗ ਦਾ ਜ਼ਿਕਰ ਕੀਤਾ, 6 ਅਕਤੂਬਰ ਨੂੰ ਮੀਟਿੰਗ ਹੋਈ ਸੀ ਕਿਸਾਨਾਂ ਤੇ ਸਰਕਾਰ ਦੀ, ਪਰ ਉਦੋਂ ਕਹਿੰਦੇ ਸੀ 10-15 ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਜਾਵੇਗਾ। ਨਾ ਤਾਂ ਨਰਮੇ ਦਾ ਜਿਹੜਾ ਮੁਆਵਜ਼ਾ ਸੀ ਉਹ, ਨਾ ਹੀ ਜਿਹੜੇ ਲੰਪੀ ਸਕਿਨ ਦੇ ਨਾਲ ਬਿਮਾਰੀ ਦੇ ਨਾਲ ਜਿਹੜੇ ਪਸ਼ੂ ਮਰੇ ਉਹਨਾਂ ਦਾ ਜਿਹੜਾ ਕੋਈ ਦੇਖ ਰੇਖ ਕੀਤੀ ਗਈ। ਪਰ ਤੁਸੀਂ ਕਹਿ ਰਹੇ ਹੋ ਕਿ ਹੱਲ ਨਹੀਂ ਨਿਕਲਦਾ ਤਾਂ ਫਿਰ ਸੜਕਾਂ ਤੇ ਉਤਰਨਾ ਪੈਂਦਾ। ਤੁਸੀਂ ਸਿਆਸਤ ਦਾ ਰਾਹ ਚੁਣਿਆ, ਤੁਹਾਡੇ ਜਥੇਬੰਦੀ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਹੋਣ, ਹੋਰ ਕਈ ਵੱਡੇ ਨਾਮ ਸਨ ਉਸ ਦੇ ਵਿੱਚ। ਤੁਹਾਨੂੰ ਲੱਗਦਾ ਕਿ ਜਿਹੜੀ ਤਾਕਤ 2020 ਦੇ ਵਿੱਚ ਦੇਖਣ ਨੂੰ ਮਿਲੀ ਸੀ, ਨਵੰਬਰ ਤੋਂ 2021 ਤੱਕ ਕਿਸਾਨਾਂ ਦਾ ਸਾਥ ਵੀ ਲੋਕਾਂ ਦਾ ਮਿਲਿਆ, ਫਿਰ ਚਾਹੇ ਦਿੱਲੀ ਦੇ ਹੋਣ ਹਰਿਆਣੇ ਦੇ ਹੋਣ, ਉਹ ਸਾਥ ਤੁਹਾਨੂੰ ਲੱਗ ਰਿਹਾ ਕਿ ਜਿੱਥੇ ਤੁਹਾਡੇ ਆਪਸ ਦੇ ਵਿੱਚ ਵਖਰੇਵੇਂ ਹੋ ਚੁੱਕੇ ਨੇ ਕਿ ਉਨਾ ਹੀ ਸਾਥ ਨੂੰ ਮਿਲੂ? ਦੇਖੋ, ਇੱਕ ਚੀਜ਼ ਆਪਾਂ ਨੂੰ ਅੰਡਰਸਟੈਂਡ ਕਰਨੀ ਪੈਣੀ ਹੈ, ਜਿਹੜੀਆਂ ਜਥੇਬੰਦੀਆਂ ਨਾ ਇਹਨਾਂ ਦੀ ਆਈਡੀਓਲੋਜੀ ਸ਼ੁਰੂ ਤੋਂ ਡਿਫਰੈਂਸ ਰਹੀ ਹੈ। ਹਰ ਦੀ ਡਿਫਰੈਂਟ ਹੈ। ਕਿਸੇ ਦਾ ਸਿਧਾਂਤ ਇਹ ਕਹਿੰਦਾ, ਕਿਸੇ ਦਾ ਸਿਧਾਂਤ ਕਹਿੰਦਾ ਇਲੈਕਸ਼ਨ ਲੜਨਾ ਚਾਹੀਦਾ, ਕਿਸੇ ਦਾ ਸਿਧਾਂਤ ਕਹਿੰਦਾ ਨਹੀਂ ਬਾਹਰ ਰਹਿ ਕੇ ਆਪਾਂ ਨੂੰ ਉਹਦੇ ਤੇ ਵਿਰੋਧ ਪ੍ਰਦਰਸ਼ਨ ਕਰਨਾ ਚਾਹੀਦਾ ਜਾਂ ਕਿਸੇ ਦੀ ਸਪੋਰਟ ਕਰਨੀ ਚਾਹੀਦੀ ਹੈ। ਸੋ ਉਹ ਸਿਧਾਂਤ ਦੇ ਅਕੋਰਡਿੰਗ ਜਦੋਂ ਸਾਨੂੰ ਲੱਗਿਆ ਅਸੀਂ ਉਹ ਇਲੈਕਸ਼ਨ ਵਾਲਾ ਸਟੈਪ ਲਿਆ ਸੀ। ਦੂਸਰੀ ਗੱਲ, ਜਦੋਂ ਦਿੱਲੀ ਇਕੱਠੇ ਹੋਏ ਸੀਗੇ, ਆਪਾਂ ਜਦੋਂ ਮੋਰਚਾ ਲਾਇਆ, ਇਹ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋਏ ਸੀ। ਆਪਣੀਆਂ ਜਿਹੜੀਆਂ ਮੰਗਾਂ ਸੀਗੀਆਂ, ਜਿਹੜੇ ਆਪਾਂ ਬਿੱਲ ਰੱਦ ਕਰਵਾ ਕੇ ਆਏ ਆ, ਉਹ ਇੱਕ ਮਿਨੀਮਮ ਪ੍ਰੋਗਰਾਮ ਸੀ। ਫਰਦਰ ਜਦੋਂ ਕੋਈ ਮਿਨੀਮਮ ਪ੍ਰੋਗਰਾਮ ਹੋਊਗਾ, ਜਿਵੇਂ ਹੁਣ ਇੱਕ ਪਾਣੀਆਂ ਦਾ ਚੱਲ ਰਿਹਾ, ਕਿਉਂਕਿ ਪਾਣੀ ਅੱਜ ਪੰਜਾਬ ਕੋਲੇ ਤਾਂ ਆਪਣੇ ਜੋਗਾ ਨਹੀਂ ਹੈਗਾ। ਜਿਹੜੇ ਫਾਰਮਰ ਟੇਲਾਂ ਤੇ ਬੈਠੇ ਆ, 25% ਫਾਰਮਰ ਨੂੰ ਜਿਹੜਾ ਪਾਣੀ ਨਹੀਂ ਪਹੁੰਚ ਰਿਹਾ, ਉਹਦੇ ਕਰਕੇ ਅਸੀਂ ਜਥੇਬੰਦੀ ਢਾਂਚਾ ਦੁਬਾਰਾ ਤਿਆਰ ਕੀਤਾ, ਮਿਨੀਮਮ ਪ੍ਰੋਗਰਾਮ ਉਲੀਕਿਆ। ਉਹ ਮਿਨੀਮਮ ਪ੍ਰੋਗਰਾਮ ਤੇ ਹੋਰ ਜਥੇਬੰਦੀਆਂ ਨੂੰ ਜੁਆਇਨ ਕਰਨ ਨੂੰ ਕਵਾਂਗੇ, ਤਾਂ ਕਿ ਜਦੋਂ ਕੋਈ ਪ੍ਰੋਗਰਾਮ ਆਵੇ ਉਹਦੇ ਤੇ ਜਥੇਬੰਦੀਆਂ ਸਾਰੀਆਂ ਇਕੱਠੀਆਂ, ਪਰ ਇਹਨਾਂ ਦਾ ਆਪਸ 'ਚ ਆਈਡੀਓਲੋਜੀ ਡਿਫਰੈਂਸ ਇਹ ਸ਼ੁਰੂ ਤੋਂ ਰਿਹਾ ਹੈ। ਤੁਸੀਂ ਕਹਿ ਰਹੇ ਹੋ ਕਿ ਡਿਫਰੈਂਸ ਰਹਿੰਦਾ, ਵੱਖ-ਵੱਖ ਵਖਰੇਵੇਂ ਨੇ ਜਿਹੜੇ ਰਹੇ ਨੇ। ਤੁਸੀਂ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਪੱਕਾ ਧਰਨਾ ਲਾਉਣ ਜਾ ਰਹੇ ਹੋ 30 ਤਰੀਕ ਤੋਂ, ਪਰ ਉਸ ਤੋਂ ਪਹਿਲਾਂ ਤੁਸੀਂ ਕਿਹਾ ਕਿ ਅਸੀਂ ਜਿਹੜਾ ਇੱਕ ਜਦੋਂ ਧਰਨਾ ਲਾਵਾਂਗੇ ਤਾਂ ਉਹਨਾਂ ਨੂੰ ਸਾਥ ਦੀ ਅਪੀਲ ਕਰਾਂਗੇ। ਹੁਣ ਉਹ ਪਾਰਟੀਆਂ, ਫਿਰ ਚਾਹੇ ਸਿੱਧੂਪੁਰ ਹੋਵੇ ਜਾਂ ਫਿਰ ਹੋਰ ਵੱਖ-ਵੱਖ ਜਥੇਬੰਦੀਆਂ ਨੇ, ਉਹਨਾਂ ਨੇ ਧਰਨਾ ਲਾਇਆ, ਉਹਨਾਂ ਨੇ ਸਾਥ ਦੇਣ ਲਈ ਨਹੀਂ ਕਿਹਾ। ਦੇਖੋ, ਜਿਹੜੀ ਮੀਟਿੰਗ ਅੱਜ ਜਿਹੜੀ ਇਹਨਾਂ ਨੇ ਸਰਕਾਰ ਨਾਲ ਕੀਤੀ ਸੀ, ਇਹ ਕੁਝ ਸਿੱਧੂਪੁਰ ਯੂਨੀਅਨ ਤੇ ਕੁਝ ਹੋਰ ਯੂਨੀਅਨ ਸੀ, ਉਹਨਾਂ ਦੀ ਮੀਟਿੰਗ ਹੋਈ ਸੀ। ਸੋ ਇਹਨਾਂ ਨੇ ਆਪਣਾ ਇੱਕ ਧਰਨਾ ਲਾਇਆ। ਫਰਦਰ ਜਦੋਂ ਅਸੀਂ ਦਿੱਲੀ ਵਾਲੇ ਮੋਰਚੇ ਦਾ ਧਰਨਾ ਲਾਇਆ ਸੀਗਾ, ਉਦੋਂ ਵੀ ਜਦੋਂ ਸ਼ੁਰੂਆਤ ਕੀਤੀ ਸੀ, ਉਦੋਂ 4-5 ਜਥੇਬੰਦੀਆਂ ਸੀਗੀਆਂ ਪੰਜਾਬ ਦੇ ਵਿੱਚ ਜਿਹੜੀਆਂ ਇਕੱਠੀਆਂ ਹੋਈਆਂ ਸੀ। ਜਿਵੇਂ ਜਿਵੇਂ ਲੋਕਾਂ 'ਚ ਅਵੇਅਰਨੈਸ ਕ੍ਰੀਏਟ ਹੁੰਦੀ ਗਈ, ਹੋਰ ਲੋਕ ਜੁੜਦੇ ਜਾਂਦੇ ਆ। ਇਹ ਜਿਹੜੇ ਮੁੱਦਿਆਂ ਤੇ ਬੈਠੇ ਆ, ਇਹ ਸੇਮ ਮੁੱਦੇ ਹੀ ਸਾਡੇ ਆ। ਪਰ ਚਲੋ, ਜਦੋਂ ਕਿਤੇ ਸਾਨੂੰ ਕਹਿਣਗੇ ਸਾਥ ਦੇਣ ਲਈ, ਕਿਉਂਕਿ ਅਸੀਂ ਸਾਥ ਕਿਹਦਾ ਦੇਣਾ? ਆਮ ਲੋਕਾਂ ਦਾ, ਆਮ ਕਿਸਾਨਾਂ ਦਾ। ਨਰਮੇ ਦਾ ਮੁਆਵਜ਼ਾ ਨਹੀਂ ਮਿਲਿਆ, ਜਿਹੜੀ DSR ਸਕੀਮ ਇਹਨਾਂ ਨੇ ਚਲਾਈ ਸੀ 1500 ਰੁਪਇਆ, ਉਹਦਾ ਨਹੀਂ ਮਿਲਿਆ। ਕਣਕ ਦਾ ਪਿਛਲੀ ਵਾਰ ਝਾੜ ਬਹੁਤ ਘੱਟ ਸੀ, ਅਸੀਂ ਉਹਦਾ ਵੀ ਮੁਆਵਜ਼ਾ ਮੰਗਿਆ ਸੀ, ਉਹ ਨਹੀਂ, ਬੋਨਸ ਨਹੀਂ ਮਿਲਿਆ। ਤੀਸਰੀ ਗੱਲ, ਜਿਹੜਾ ਹੁਣ ਤੁਸੀਂ ਲਾ ਲਓ, ਜਿਹੜਾ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਪ੍ਰੋਬਲਮ ਆ ਰਹੀ ਹੈ, ਉਹਦੇ ਤੇ ਇਹ ਸਾਰੇ ਮੁੱਦੇ ਹੈ ਕਿਹਦੇ? ਲੰਪੀ ਸਕਿਨ ਵਾਲਾ, ਇਹ ਕਿਹਦੇ ਮੁੱਦੇ ਹੈ? ਇਹ ਆਮ ਪਰਿਵਾਰਾਂ ਦੇ, ਜਿੱਦਾਂ 2 ਜਾਂ 5 ਕਿੱਲੇ ਵਾਲਾ। ਦੂਸਰੀ ਗੱਲ, ਜਿਹੜੀ ਸਟਬਲ ਬਰਨਿੰਗ ਵਾਲਾ, ਜਿਹੜਾ ਆਪਣੇ ਤੇ ਬੜਾ ਇੱਕ ਵੱਡੀ ਤੌਹਮਤ ਲਾਈ ਗਈ ਹੈ ਬੜੇ ਦਿਨਾਂ ਤੋਂ। 2019 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਹੈ ਜਿਹੜਾ ਸਾਡੇ ਕੋਲੇ ਹੈਗਾ, ਜਿਹਦੇ ਵਿੱਚ ਉਹਨੇ ਕਿਹਾ ਗਿਆ ਵੀ ਅੰਟਿਲ ਅਨਲੈਸ ਤੁਸੀਂ ਫਾਰਮਰ ਨੂੰ ਕੰਪਨਸੇਟ ਨਹੀਂ ਕਰਦੇ, ਤੁਸੀਂ ਇਹਨੂੰ ਕਿਸੇ ਵੀ ਤਰ੍ਹਾਂ ਦਾ ਇਹਦੇ ਤੇ ਕੋਈ ਚੀਜ਼ ਥੋਪ ਨਹੀਂ ਸਕਦੇ, ਕੋਈ ਰੈਡ ਇੰਕ ਐਂਟਰੀ ਨਹੀਂ ਕਰ ਸਕਦੇ ਜਾਂ ਹੋਰ ਕੋਈ ਚੀਜ਼ਾਂ ਨਹੀਂ ਕਰ ਸਕਦੇ। ਪਰ ਫਿਰ ਵੀ ਸਰਕਾਰ ਕਰ ਰਹੀ ਹੈ। ਸੋ ਇਹਨਾਂ ਚੀਜ਼ਾਂ ਲਈ ਲੜਨ ਲਈ ਸਾਨੂੰ ਇਕੱਠੇ ਹੋਣਾ ਪਊਗਾ। ਬੇਸ਼ੱਕ ਇੱਕ ਜਥੇਬੰਦੀ ਤੁਰਦੀ ਹੈ, 2 ਤੁਰਦੀ ਹੈ, ਜਦੋਂ ਸ਼ੁਰੂਆਤ ਹੁੰਦੀ ਹੈ ਉਦੋਂ ਹੀ ਹੁੰਦੀ ਹੈ। ਹੌਲੀ ਹੌਲੀ ਇਹ ਇਕੱਠੇ ਹੋ ਕੇ ਜੁਆਇਨ ਕਰ ਜਾਂਦੇ ਸਾਰੇ। ਤੁਸੀਂ ਬਰਾੜ ਸਾਹਿਬ ਬਿਲਕੁਲ ਸਹੀ ਕਿਹਾ। ਤੁਸੀਂ ਇਹ ਜ਼ਿਕਰ ਕੀਤਾ ਕਿ ਜਦੋਂ ਦਿੱਲੀ ਬਾਰਡਰਾਂ ਤੇ ਪਹੁੰਚੇ ਸੀ, ਉਦੋਂ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਸਨ, ਪਰ ਉੱਥੇ ਜਾ ਕੇ ਸੰਯੁਕਤ ਕਿਸਾਨ ਮੋਰਚਾ ਇੱਕ ਹੋ ਗਿਆ ਸੀ। ਕਿਉਂਕਿ ਸ਼ੰਭੂ ਬਾਰਡਰ ਦੀ ਗੱਲ ਕਰ ਲਈਏ, ਉੱਥੇ ਵੱਖਰੀ ਜਥੇਬੰਦੀ ਸੀ। ਮਾਨਸਾ ਗੱਲ ਕਰ ਲਈਏ, ਵੱਖਰੀ ਸੀ। ਜਾਂ ਫਿਰ ਮਾਝੇ ਵਾਲੇ ਦੀ ਗੱਲ ਕਰ ਲਈਏ, ਉੱਧਰੋਂ ਵੱਖਰੇ ਆਏ ਸੀ। ਪਰ ਇੱਕ ਤਾਂ ਉੱਥੇ ਜਿਹੜਾ ਕਹਿ ਲਈਏ ਕਿ ਦੇਖਣ ਨੂੰ ਮਿਲਿਆ ਸੀ ਕਿ ਇਕਜੁੱਟਤਾ ਜਿੰਨੇ ਵੀ ਕਿਸਾਨ ਨੇ ਜਾਂ ਫਿਰ ਜਥੇਬੰਦੀਆਂ ਨੇ। ਕੀ ਤੁਹਾਨੂੰ ਲੱਗਦਾ ਕਿ ਸੂਝਵਾਨ ਨੇ ਜਿਹੜੇ ਸਾਰੇ ਵੀ ਕਿਸਾਨ ਲੀਡਰ ਨੇ, ਕਿ ਜਿਹੜੀ ਇੱਕ ਦਿੱਲੀ ਤੋਂ ਉਦਾਹਰਨ ਮਿਲੀ ਸੀ, ਆਪਾਂ ਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚੋਂ ਹੀ ਇਕੱਠੇ ਹੋ ਕੇ ਚੱਲੀਏ, ਜਾਂ ਫਿਰ ਮਕਸਦ ਇਹ ਉਹ ਕਰ ਲਿਆ ਕਿ ਪੰਜਾਬ ਦੇ ਵਿੱਚੋਂ ਵੱਖ-ਵੱਖ ਹੋ ਕੇ ਚੱਲੀਏ, ਬਾਕੀ ਸੂਬਿਆਂ 'ਚ ਪਹੁੰਚ ਕੇ ਇਕੱਠੇ ਹੋ ਜੀ?
ਨਹੀਂ, ਇਹ ਨਹੀਂ ਮਕਸਦ। ਮਕਸਦ ਕੀ ਹੈ, ਹੁਣ ਜੋ ਵੀ ਜਥੇਬੰਦੀ ਕੋਈ ਧਰਨਾ ਲਾਉਂਦੀ ਹੈ, ਉਗਰਾਹਾਂ ਸਾਹਿਬ ਨੇ ਲਾਇਆ, ਜਾਂ ਹੁਣ ਤੁਸੀਂ ਲਾ ਲਓ ਡੱਲੇਵਾਲ ਸਾਹਿਬ ਨੇ ਲਾਇਆ, ਜਾਂ ਹੋਰ ਕੋਈ ਧਰਨਾ ਲਾਉਂਦਾ, ਦੁੱਧ ਦਾ ਧਰਨਾ ਕਾਦੀਆਂ ਸਾਹਿਬ ਨੇ ਲਾਇਆ ਸੀਗਾ, ਉਹ ਕੀ ਕਰ ਰਹੇ ਆ? ਬੇਸਿਕਲੀ ਆਮ ਲੋਕਾਂ ਲਈ ਲੜ ਰਹੇ ਆ। ਸੋ ਕਿਸੇ ਵੀ ਤਰੀਕੇ ਨਾਲ ਲੜ ਰਹੇ ਆ। ਜਦੋਂ ਕਿਤੇ ਇੱਕ ਦੂਜੇ ਦੇ ਸਾਥ ਦੀ ਉਹ ਲੋੜ ਪੈਂਦੀ ਹੈ, ਉਹ ਦੂਜੇ ਨਾਲ ਗੱਲ ਕਰਦੇ ਆ, ਉਹਨੂੰ ਜੁਆਇਨ ਕਰਦੇ ਆ। ਸੋ ਸਾਡਾ ਤਾਂ ਮਕਸਦ ਉਹੀ ਹੈ। ਕੋਈ ਜਥੇਬੰਦੀ ਵੀ ਹੈ, ਉਹ ਆਮ ਲੋਕਾਂ ਲਈ ਜਿਵੇਂ ਲੜਦੀ ਹੈ, ਉਹਨੂੰ ਲੜਦੇ ਰਹਿਣਾ ਚਾਹੀਦਾ। ਇਦੋਂ ਪਹਿਲਾਂ ਵੀ ਇਹੀ ਹੁੰਦਾ ਸੀਗਾ, ਕਿਉਂਕਿ ਹਰ ਜ਼ਿਲ੍ਹੇ ਦਾ, ਹਰ ਜਗ੍ਹਾ ਦਾ ਕਈ ਵਾਰੀ ਮੁੱਦੇ ਅਲੱਗ ਹੁੰਦੇ ਆ। ਕਈ ਜਗ੍ਹਾ ਕੋਈ ਜਥੇਬੰਦੀ ਨਹੀਂ ਪ੍ਰੈਜ਼ੈਂਟ ਹੁੰਦੀ, ਤੇ ਜਿਹੜੀਆਂ ਉੱਥੋਂ ਦੀਆਂ ਜਥੇਬੰਦੀਆਂ, ਹਾਵੀ ਜਥੇਬੰਦੀਆਂ ਹੁੰਦੀਆਂ, ਉਹ ਧਰਨਾ ਲਾ ਦਿੰਦੀਆਂ, ਤੇ ਬਾਅਦ 'ਚ ਜਦੋਂ ਪੰਜਾਬ ਦਾ ਵੱਡਾ ਧਰਨਾ ਲੱਗਦਾ ਉਦੋਂ ਜੁਆਇਨ ਕਰ ਜਾਂਦੀ ਹੈ। ਇਵੇਂ ਹੁਣ ਤੁਸੀਂ ਪਾਣੀ ਵਾਲੇ ਮੁੱਦੇ ਦੀ ਗੱਲ ਦੱਸ ਰਹੇ, ਹੁਣ ਅਸੀਂ ਥਰੂ ਆਊਟ ਪੰਜਾਬ ਸੈਮੀਨਾਰ ਕਰਕੇ ਲੋਕਾਂ ਨੂੰ ਜਾਗਰੂਕ ਕਰਤਾ। ਹੁਣ ਇਹਦੇ ਤੇ ਫਰਦਰ ਫਲੈਗ ਮਾਰਚ ਕੱਢੇ ਜਾਣੇ ਆ ਅਗਲੇ ਮੰਥ ਤੋਂ। ਉਦੋਂ ਬਾਅਦ ਕੀ ਹੈ, 30 ਤਰੀਕ ਤੋਂ ਇੱਥੇ ਧਰਨਾ ਲਾਵਾਂਗੇ। ਜਦੋਂ ਧਰਨਾ ਲਾਵਾਂਗੇ, ਬੇਸ਼ੱਕ ਉਦੋਂ 5 7 10 ਜਥੇਬੰਦੀਆਂ ਹੀ ਹੋਣ, ਪਰ ਹੌਲੀ ਹੌਲੀ ਜਿਵੇਂ ਜਿਵੇਂ ਮੁੱਦੇ ਦੀ ਸਮਝ ਲੱਗੂਗੀ, ਬਾਕੀ ਜਥੇਬੰਦੀਆਂ ਵੀ ਜੁਆਇਨ ਕਰਨਗੀਆਂ। ਕਿਉਂਕਿ ਆਫਟਰ ਆਲ ਕਿਹਨੂੰ ਬਚਾ ਰਹੇ ਆ? ਪੰਜਾਬ ਦਾ ਜੇ ਪਾਣੀ ਨਾ ਬਚਿਆ, ਪੰਜਾਬ ਕੋਲੇ ਅੱਜ ਤੁਸੀਂ 17 ਸਾਲ ਦਾ ਪਾਣੀ ਤਕਰੀਬਨ ਰਹਿ ਗਿਆ, ਜਿਹੜੀ ਨਾਸਾ ਦੀ ਸਟੱਡੀ ਆਈ ਹੈ, ਤੇ ਪੀਣਯੋਗ ਪਾਣੀ 17 ਸਾਲ ਦਾ। ਉਸ ਤੋਂ ਬਾਅਦ ਜਿਹੜਾ ਕਹਿੰਦੇ ਜ਼ਮੀਨ ਨੂੰ ਲਾਉਣਾ, ਉਹ ਤਾਂ ਕੁਛ ਮੇਰੇ ਹਿਸਾਬ ਤੇ ਸਾਲਾਂ ਦਾ ਹੈ, ਤੇ ਹਰ ਵਾਰੀ ਇਹ ਪਾਣੀ ਡਿਪਲੀਟ ਹੁੰਦਾ ਜਾ ਰਿਹਾ। ਤੁਸੀਂ ਜੀਰਾ ਸਾਈਡ ਜਾ ਵੜੋ, ਉੱਧਰ ਜਾ ਵੜੋ, ਹਰ ਸਾਲ ਉਹਨਾਂ ਨੂੰ 2 2 4 4 ਫੁੱਟ ਬੋਰ ਨੀਵੇਂ ਕਰਨੇ ਪੈਂਦੇ ਆ, ਥੱਲੇ ਉਹਦੇ ਨਾਲ ਜੁਆਇੰਟ ਕਰਨੇ ਪੈਂਦੇ ਆ। ਸੋ ਕਿਸਾਨ ਦਾ ਕਿੰਨਾ ਨੁਕਸਾਨ ਹੋ ਰਿਹਾ। ਉਹਦੇ ਤੇ ਚੱਲਦੇ ਹੋਏ ਕੀ ਹੋਇਆ, ਜਿਹੜਾ ਆਪਣਾ ਸ਼ੇਅਰ ਸੀ, ਜਦੋਂ ਪਾਣੀ ਦੀ ਵੰਡ ਹੋਈ, ਜਦੋਂ ਰਿਪੇਰੀਅਨ ਸਟੇਟ, ਆਪਾਂ ਨੂੰ ਆਪਣਾ ਸ਼ੇਅਰ ਹੀ ਨਹੀਂ ਮਿਲ ਰਿਹਾ। ਅਦਰ ਸਟੇਟਸ ਨੂੰ ਮੰਨ ਕੇ ਚੱਲੋ, ਜੇ ਕਿਸੇ ਨੂੰ ਆਪਾਂ 2% ਦੇਣਾ ਸੀ ਜਾਂ 5% ਦੇਣਾ ਸੀ, ਉਹਨਾਂ ਨੂੰ ਐਜ਼ ਇਟ ਇਜ਼ ਉੱਪਰੋਂ ਜਾ ਰਿਹਾ। ਆਪਾਂ ਨੂੰ ਕਹਿੰਦੇ ਪਿਛਲਾ ਬਚਿਆ ਪਾਣੀ ਲੈ ਲਓ। ਬਚੇ ਪਾਣੀ ਦੇ ਵਿੱਚ ਕੀ ਹੋਇਆ, ਸਿਲਟਿੰਗ ਹੋ ਗਈ। ਸਿਲਟਿੰਗ ਨਾਲ ਕੀ ਹੋਇਆ, ਆਪਣੇ ਜਿਹੜੇ ਟੇਲਾਂ ਵਾਲੇ ਫਾਰਮਰ ਆ, ਉਹਦੇ ਤੱਕ ਤਾਂ ਪਾਣੀ ਪਹੁੰਚ ਹੀ ਨਹੀਂ ਰਿਹਾ। ਸੋ ਇਹ ਆਮ ਲੋਕਾਂ ਦਾ ਮੁੱਦਾ ਹੀ ਹੈ ਨਾ, ਇਹ ਪੰਜਾਬ ਦਾ ਮੁੱਦਾ ਹੈ। ਇਹਦੇ ਤੇ ਅਸੀਂ ਜਦੋਂ ਇਕੱਠੇ ਹੋਵਾਂਗੇ, ਠੀਕ ਹੈ, ਜਦੋਂ ਇੱਕ ਸਮਝਾਉਣ 'ਚ ਦੇਰੀ ਹੋ ਜਾਂਦੀ ਹੈ, ਪਰ ਜਿਵੇਂ ਜਿਵੇਂ ਲੋਕ ਸਮਝਦੇ ਆ, ਉਹ ਜੁੜਦੇ ਆ। ਤੁਸੀਂ ਕਹਿ ਰਹੇ ਹੋ ਕਿ ਆਮ ਲੋਕਾਂ ਦੀ ਲੜਾਈ ਆ, ਪੰਜਾਬ ਦੀ ਲੜਾਈ ਆ, ਪੰਜਾਬ ਦੀ ਹੋਂਦ ਦੀ ਲੜਾਈ ਆ। ਚਲੋ ਮੰਨ ਲੈਂਦੇ ਆ, ਤੁਸੀਂ ਜਦੋਂ ਸਿਆਸਤ ਦਾ ਰਾਹ ਚੁਣਿਆ ਸੀ, ਤੁਹਾਡੇ ਨਾਲ ਕਿਸਾਨ ਲੀਡਰ ਵੀ ਸੀ, ਜਥੇਬੰਦੀਆਂ ਵੀ ਸੀ, ਤੁਹਾਨੂੰ ਲੱਗਦਾ ਕਿ ਉਸ ਤੋਂ ਬਾਅਦ ਜਿਹੜੀ ਤਕਰਾਰ ਆਈ ਹੈ, ਕਿਉਂਕਿ ਹੁਣ ਤੱਕ ਵੀ ਉਹ ਤਕਰਾਰ ਦੂਰ ਨਹੀਂ ਹੋਈ, ਤੁਹਾਨੂੰ ਲੱਗਦਾ ਕਿ ਜੇ ਵੱਡਾ ਕੋਈ ਪ੍ਰੋਗਰਾਮ ਜਾਂ ਸੰਘਰਸ਼ ਉਲੀਕਣਾ ਪਿਆ, ਦੁਬਾਰੇ ਇਕਜੁੱਟ ਹੋਵੋਗੇ? ਬਿਲਕੁਲ 200% ਹੋਵਾਂਗੇ ਇਕਜੁੱਟ। ਕਿਉਂਕਿ ਦੇਖੋ, ਉਦੋਂ ਕੀ ਸੀਗਾ, ਉਦੋਂ ਲੋਕਾਂ ਨੇ, ਜਦੋਂ ਅਸੀਂ ਵਾਪਸ ਆ ਰਹੇ ਸੀ ਅੰਦੋਲਨ ਤੋਂ, ਲੋਕਾਂ ਦੀ ਆਵਾਜ਼ ਸੀ। ਲੋਕਾਂ ਨੇ ਸਾਨੂੰ ਕਿਹਾ ਗਿਆ ਵੀ ਤੁਸੀਂ ਜ਼ਰੂਰ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਆ, ਇਹਦੇ 'ਚ ਆਮ ਲੋਕਾਂ ਦੇ, ਆਮ ਪਰਿਵਾਰਾਂ ਨੂੰ ਅੱਗੇ ਆਉਣਾ ਪਊਗਾ ਤੇ ਲੜਨਾ ਪਊਗਾ, ਤੇ ਆਪਣੇ ਕੋਲ ਇਹ ਸਹੀ ਸਮਾਂ ਹੈ। ਅਸੀਂ ਨਾ ਚਾਹੁੰਦੇ ਹੋਏ ਵੀ ਲੋਕਾਂ ਦੇ ਕਹਿਣ ਤੇ ਉਹ ਇਲੈਕਸ਼ਨ ਅਸੀਂ ਲੜਿਆ। ਚਲੋ ਜੋ ਵੀ ਲੋਕਾਂ ਦਾ ਫਤਵਾ ਸੀ ਉਹ ਮਨਜ਼ੂਰ, ਕਿਉਂਕਿ ਸਾਡੇ ਕੋਲ 15 ਤੋਂ 20 ਦਿਨ ਦਾ ਸਮਾਂ ਸੀਗਾ, ਤੇ ਕੁਝ ਜਿਹੜਾ ਆਪਸ ਦੇ ਵਿੱਚ ਫ੍ਰਿਕਸ਼ਨ ਸਟਾਰਟ ਹੋ ਗਈ ਸੀ ਜਥੇਬੰਦੀਆਂ ਦੇ। ਦੇਖੋ, ਜਦੋਂ ਕੋਈ ਚੀਜ਼ ਆਪਾਂ ਬਦਲਾ ਲਿਆਉਣਾ ਨਾ, ਉਦੋਂ ਸਿੰਗਲ ਡੇ ਦੇ ਵਿੱਚ ਨਹੀਂ ਆਉਂਦਾ। ਉਹਦੇ ਲਈ ਸੰਘਰਸ਼ ਵੀ ਕਰਨਾ ਪੈਂਦਾ, ਉਹਦੇ ਲਈ ਕਹਿੰਦੇ ਹੁੰਦੇ ਆ ਬਲੀਦਾਨ ਵੀ ਦੇਣਾ ਪੈਂਦਾ। ਇੱਕ ਹਿਸਾਬ ਦਾ ਅਸੀਂ ਉਹ ਬਲੀਦਾਨ ਹੀ ਦਿੱਤਾ ਸੀ ਉਹ ਇਲੈਕਸ਼ਨ ਲੜ ਕੇ। ਕੋਈ ਗੱਲ ਨਹੀਂ, ਉਹਦੇ ਨਾਲ ਇੱਕ ਨਵੀਂ ਰੂਪ ਰੇਖਾ ਤਾਂ ਤਿਆਰ ਹੋਈ ਨਾ, ਵੀ ਇਲੈਕਸ਼ਨ ਬਿਨਾਂ ਪੈਸਿਆਂ ਤੋਂ ਵੀ ਲੜਿਆ ਜਾ ਸਕਦਾ ਹੈ, ਇਲੈਕਸ਼ਨ ਬਿਨਾਂ ਸ਼ਰਾਬ ਤੋਂ ਵੀ ਲੜਿਆ ਜਾ ਸਕਦਾ ਹੈ, ਇਲੈਕਸ਼ਨ ਬਿਨਾਂ ਗੁੰਡਿਆਂ ਤੋਂ ਵੀ ਲੜਿਆ ਜਾ ਸਕਦਾ ਹੈ। ਉਹ ਇਲੈਕਸ਼ਨ ਉਹ ਸੀਗਾ, ਅਸੀਂ ਉਹ ਦੱਸਿਆ, ਤੇ ਹੋ ਸਕਦਾ ਅਗਲੀ ਵਾਰ ਨੂੰ ਲੋਕ ਸਮਝ ਜਾਣ, ਤਾਂ ਹੋਰ ਲੋਕ ਜੁਆਇਨ ਕਰਕੇ ਇੱਕ ਵਧੀਆ, ਅਸੀਂ ਲੋਕਾਂ ਨੂੰ ਕਹਿੰਦੇ ਹੁੰਦੇ ਆ, ਚੰਗਾ ਜਿਹੜਾ ਪ੍ਰਸ਼ਾਸਨ ਦੇ ਸਕੀਏ। ਕਿਉਂਕਿ ਦੇਖੋ, ਕਿੰਨੀ ਕੁ ਦੇਰ ਕਿਸੇ ਦੇ ਆਪਾਂ ਘਰ ਦੇ ਬਾਹਰ ਜਾਂ ਕਿਸੇ ਸੜਕ ਤੇ ਰੋਕ ਕੇ ਆਮ ਲੋਕਾਂ ਤੋਂ ਵੀ ਗਾਲਾਂ ਖਾਵਾਂਗੇ? ਜਿੰਨਾ ਚਿਰ ਅਸੀਂ ਕਿਸਾਨ ਅੰਦਰ ਨਹੀਂ ਜਾ ਕੇ ਬੈਠਦਾ, ਉਨਾ ਚਿਰ ਕਿਸਾਨ ਦਾ ਜਾਂ ਆਮ ਲੋਕਾਂ ਦਾ ਹੱਲ ਨਹੀਂ ਹੋਣਾ। ਕਿਸੇ ਨੇ ਤੁਹਾਨੂੰ ਬੁਰਕੀ ਤੋੜ ਕੇ ਨਹੀਂ ਦੇਣੀ, ਇਹ ਤਾਂ ਆਪ ਹੀ ਤੋੜਨੀ ਪੈਣੀ ਹੈ। ਤੁਸੀਂ ਜ਼ਿਕਰ ਕੀਤਾ ਕਿ ਨਵੀਂ ਰੂਪਰੇਖਾ ਉਲੀਕਣੀ ਪੈਂਦੀ ਹੈ ਜਦੋਂ ਲੋੜ ਹੋਵੇ, ਜਾਂ ਫਿਰ ਜਦੋਂ ਬਦਲਾਅ ਲਿਆਉਣਾ ਹੋਵੇ। ਬਦਲਾਅ ਤਾਂ ਜਿਹੜਾ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਲਿਆਂਦਾ, ਪਰ ਜਿਹੜਾ ਤੁਹਾਡਾ ਇਹ ਫੈਸਲਾ ਸੀ ਸਿਆਸਤ ਦਾ, ਤੁਸੀਂ ਕਹਿ ਰਹੇ ਹੋ ਕਿ ਅਸੀਂ 200% ਜਿਹੜੇ ਇਕੱਠੇ ਹੋਵਾਂਗੇ ਜੇਕਰ ਵੱਡਾ ਸੰਘਰਸ਼ ਜਾਂ ਫਿਰ ਵੱਡਾ ਪ੍ਰੋਗਰਾਮ ਸਾਨੂੰ ਉਲੀਕਣਾ ਪੈਂਦਾ। ਹੁਣ ਤੱਕ ਕਿਉਂ ਨਹੀਂ ਹੋਏ? ਕਿਉਂਕਿ ਚੋਣਾਂ ਦਾ ਜਿਹੜਾ ਤੁਹਾਡਾ ਫੈਸਲਾ ਸੀ 15-20 ਦਿਨ ਜਾਂ ਫਿਰ 1 ਮਹੀਨੇ ਪਹਿਲਾਂ ਤੁਸੀਂ ਲਿਆ ਹੈ ਨਾ, ਉਦੋਂ ਤੋਂ ਤਕਰਾਰ ਵੱਧ ਹੀ ਗਈ, ਅਤੇ ਹੁਣ 8 ਮਹੀਨੇ ਹੋ ਚੁੱਕੇ ਨੇ ਵਿਧਾਨ ਸਭਾ ਚੋਣਾਂ ਨੂੰ ਵੀ। ਜੇ ਤੁਹਾਨੂੰ ਲੱਗਦਾ ਕਿ ਇਕਜੁੱਟ ਹੋਣਾ ਚਾਹੀਦਾ ਸੀ ਤਾਂ ਹੁਣ ਤੱਕ ਵੀ ਹੋ ਜਾਂਦੇ, ਕਿਉਂਕਿ ਆਏ ਦਿਨ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇੱਕ ਨਵੀਂ ਰੂਪਰੇਖਾ ਤਾਂ ਤੁਸੀਂ ਉਲੀਕ ਰਹੇ ਹੋ, ਪਰ ਲੋਕਾਂ ਦੀ ਨਿਗਾਹ ਦੇ ਵਿੱਚ ਉਹ ਤਾਂ ਨੈਗੇਟਿਵ ਸਾਬਿਤ ਹੋ ਰਹੀ ਹੈ। ਕਿਉਂਕਿ ਹਰਜੀਤ ਗਰੇਵਾਲ, ਉਹ ਪਹਿਲਾਂ ਵੀ ਕਹਿੰਦੇ ਸੀ ਕਿ ਤਾਂ ਸਿਆਸਤ ਦਾ ਰੁਖ ਕਰਨਗੇ, ਉਹਨਾਂ ਨੇ ਬਾਅਦ 'ਚ ਵੀ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਸੀ, ਸਿਆਸਤ ਵੱਲ ਗਏ ਨੇ ਕਿਸਾਨ ਲੀਡਰ। ਦੇਖੋ, ਪਹਿਲਾਂ ਇੱਕ ਚੀਜ਼ ਆਪਾਂ ਅੰਡਰਸਟੈਂਡ ਕਰੀਏ ਵੀ ਜਿਹੜਾ ਤੁਸੀਂ ਕਹਿੰਦੇ ਆ ਅਸੀਂ ਇਕੱਠੇ ਨਹੀਂ ਹੋਏ, ਅਜੇ ਤੱਕ ਕੋਈ ਇਹੋ ਜਿਹਾ ਜਿਹੜਾ ਕਹਿੰਦੇ ਹੁੰਦੇ ਆ ਪ੍ਰੋਗਰਾਮ ਨਾ ਹੀ ਕਿਸੇ ਜਥੇਬੰਦੀ ਨੇ ਦਿੱਤਾ, ਨਾ ਹੀ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ।
ਜਦੋਂ ਕੋਈ ਪ੍ਰੋਗਰਾਮ ਆਊਗਾ ਜੇ ਸਾਨੂੰ ਕਹਿਣਗੇ ਸ਼ਮੂਲੀਅਤ ਕਰਨ ਨੂੰ ਅਸੀਂ 200% ਕਰਾਂਗੇ। ਦੂਸਰੀ ਗੱਲ, ਜਦੋਂ ਕਿਤੇ ਹਰ ਜਥੇਬੰਦੀ ਇੱਕੋ ਜਿਹਾ ਰੋਲ ਨਹੀਂ ਪਲੇ ਕਰ ਸਕਦੀ ਹੁੰਦੀ, ਕੋਈ ਇਲੈਕਸ਼ਨ ਦੇ ਵਿੱਚ ਜਾ ਕੇ ਲੜ ਸਕਦੀ ਹੁੰਦੀ ਹੈ, ਕੋਈ ਪਿੱਛੇ ਰਹਿ ਕੇ ਸਪੋਰਟ ਕਰ ਸਕਦੀ ਹੁੰਦੀ ਹੈ, ਕੋਈ ਕਹਿੰਦੇ ਆ ਵੀ ਅਸੀਂ ਨਹੀਂ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਆਈਡੀਓਲੋਜੀ ਡਿਫਰੈਂਸ ਇਹ ਰਹਿਣਾ ਹੀ ਰਹਿਣਾ ਹੈ। ਪਰ ਜਦੋਂ ਕਿਤੇ ਲੋਕਾਂ ਦੇ ਮੁੱਦਿਆਂ ਦੀ ਲੜਾਈ ਆਉਂਦੀ ਹੈ ਨਾ, ਉਦੋਂ ਇਕੱਠੇ ਸ਼ੁਰੂ ਤੋਂ ਹੁੰਦੇ ਰਹੇ ਆ, ਉਹ ਅੱਜ ਦੇ ਨਹੀਂ ਹੁੰਦੇ। ਉਹ ਪਹਿਲਾਂ ਵੀ ਬੜੇ ਵਾਰੀ ਇਹ ਹੋਇਆ, 82 ਦੇ ਵਿੱਚ ਵੀ ਇਲੈਕਸ਼ਨ ਲੜੇ ਸੀਗੇ, 82 ਦੇ ਵਿੱਚ ਇਲੈਕਸ਼ਨ ਲੜ ਕੇ ਉਦੋਂ ਵੀ ਲੋਕਾਂ ਨੇ ਫਤਵਾ ਨਹੀਂ ਦਿੱਤਾ ਸੀਗਾ, ਪਰ ਫਿਰ ਉਸ ਤੋਂ ਬਾਅਦ ਆਮ ਲੋਕਾਂ ਲਈ ਸੰਘਰਸ਼ ਤਾਂ ਚੱਲਦਾ ਰਿਹਾ ਨਾ। ਤੁਸੀਂ ਸਾਡਾ ਤਾਂ ਆਮ ਲੋਕਾਂ ਲਈ ਸੰਘਰਸ਼ ਹੈ, ਅਸੀਂ ਕਿਹੜਾ ਇਲੈਕਸ਼ਨ ਜਿੱਤ ਕੇ ਕੋਈ ਕਹਿੰਦੇ ਹੁੰਦੇ ਕਾਰਾਂ ਜੀਪਾਂ ਜਾਂ ਉਹਨਾਂ ਚੀਜ਼ਾਂ ਪਿੱਛੇ ਭੱਜਣਾ ਸੀਗਾ। ਅਸੀਂ ਤਾਂ ਉਵੇਂ ਜਿਵੇਂ ਇਲੈਕਸ਼ਨਾਂ ਵੇਲੇ ਤਾਂ ਅਸੀਂ ਕਦੇ ਜਿਹੜੇ ਹਰ ਕੈਂਡੀਡੇਟ ਨੂੰ ਸਿਕਿਉਰਿਟੀ ਮਿਲਦੀ ਹੈ, ਸੇਮ ਡੇ ਜਿੱਦਣ ਮੈਨੂੰ ਮਿਲੀ ਸੀ ਮੈਂ ਕਹਿਤਾ ਸੀ ਮੇਰੀ ਵਿਡਰਾਅ ਕਰ ਲਓ, ਸਾਨੂੰ ਲੋੜ ਹੀ ਨਹੀਂ ਜੀ। ਅਸੀਂ ਕਿਹੜਾ ਕੋਈ ਵੱਡਾ ਲਾਮ ਲਸ਼ਕਰ ਲੈ ਕੇ ਜਾਂਦੇ ਸੀਗੇ, ਆਮ 1-2 ਕਾਰਾਂ ਤੇ ਜਾ ਕੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਤੁਰੇ ਫਿਰਦੇ ਸੀਗੇ। ਤਾਂ ਬਰਾੜ ਸਾਹਿਬ ਕਹਿੰਦੇ ਨੇ ਜਦੋਂ ਕੁਰਸੀ ਮਿਲ ਜਾਏ ਫਿਰ ਇਹ ਜਿਹੜੀ ਸੋਚ ਆ ਬਦਲ ਜਾਂਦੀ ਆ। ਮੁੱਖ ਮੰਤਰੀ ਬਣ ਚੁੱਕੇ ਨੇ ਭਗਵੰਤ ਮਾਨ, ਉਹ ਵੀ ਕਹਿੰਦੇ ਸੀ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ, ਹੁਣ ਕਹਿੰਦੇ ਉਹਨਾਂ ਜਿੱਡਾ ਕਾਫਲਾ ਤਾਂ ਕਿਸੇ ਕੋਲ ਹੈ ਹੀ ਨਹੀਂ। ਬੜਾ ਵੱਡਾ ਕਾਫਲਾ ਹੈ। ਦੇਖੋ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਨਹੀਂ ਇਹ ਕੁਝ ਕਰਨਾ, ਕਿਉਂਕਿ ਜਿਵੇਂ ਉਹ ਇੱਕ ਆਮ ਲੋਕਾਂ ਦੇ ਲੀਡਰ ਬਣ ਕੇ ਉੱਭਰੇ ਆ, ਆਮ ਕਹਿੰਦੇ ਹੁੰਦੇ ਬੜੇ ਪਿੰਡਾਂ ਦੇ ਵਿੱਚੋਂ ਨਿਕਲੇ ਸੀਗੇ ਤੇ ਲੋਕਾਂ ਨੂੰ ਇੱਕ ਬੜੀ ਵੱਖਰੀ ਉਮੀਦ ਸੀ ਉਹਨਾਂ ਤੋਂ, ਪਰ ਅੱਜ ਵੀ ਉਹ ਕੁਛ ਹੀ ਹੋ ਰਿਹਾ। ਅੱਜ ਆਮ ਜਿਹੜੇ ਟੀਚਰ ਹੈ ਉਹ 1158 ਵਾਲੇ ਉਹਨਾਂ ਨੂੰ ਕੁੱਟੀ ਜਾਂਦੇ ਹੈ, ਕੋਈ ਕਿਤੇ ਧਰਨਾ ਲੱਗੀ ਜਾਂਦਾ, ਕਿਸਾਨ ਪਰੇਸ਼ਾਨ ਹੈ, ਕੋਈ ਕਿਤੇ ਤੁਸੀਂ ਲਾ ਲਓ ਜਿਹੜੇ ਗਵਰਨਮੈਂਟ ਖੁਦ ਲੱਗਿਆ ਸੀ ਕੋਠੀ ਤੇ ਬਾਹਰ ਸੰਗਰੂਰ, ਕਾਫੀ ਦਿਨ ਚੱਲਦਾ ਰਿਹਾ ਪਰ ਉੱਥੇ ਪਹੁੰਚੇ ਨਹੀਂ ਕਦੇ। ਦੋ ਕਿਸਾਨ ਸ਼ਹੀਦ ਹੋ ਗਏ ਸੀਗੇ, ਫਿਰ ਵੀ ਨਹੀਂ ਉਹਨਾਂ ਨੇ ਕਿਸੇ ਦੇ। ਸੋ ਇਹ ਚੀਜ਼ਾਂ ਕਹਿਣੇ ਤੇ ਕਰਨੀ ਦੇ ਵਿੱਚ ਡਿਫਰੈਂਸ ਨਹੀਂ ਹੋਣਾ ਚਾਹੀਦਾ। ਠੀਕ ਹੈ, ਬੰਦੇ ਕੋਲੇ ਰੁਤਬਾ ਆ ਜਾਂਦਾ, ਪ੍ਰਮਾਤਮਾ ਰੁਤਬਾ ਦੇ ਦਿੰਦਾ, ਪਰ ਜਿਹੜੇ ਲੋਕਾਂ ਨੇ ਕਿਸੇ ਥਾਂ ਤੇ ਪਹੁੰਚਾਇਆ ਹੁੰਦਾ ਉਹਨਾਂ ਨਾਲ ਅੱਖਾਂ ਮਿਲਾਉਣ ਨੂੰ ਜਿਹੜਾ ਬੰਦਾ ਬਾਅਦ 'ਚ ਮਿਲਾ ਸਕੇ ਨਾ, ਉਹੀ ਮੈਂ ਤਾਂ ਕਹੂੰਗਾ ਇੱਕ ਸਹੀ ਇਨਸਾਨ ਹੈ। ਕਿਉਂਕਿ ਬਾਅਦ ਦੇ ਵਿੱਚ ਜੇ ਜਿਹੜੇ ਲੋਕ ਤੁਹਾਡੇ ਨਾਲ ਤੁਰੇ ਫਿਰਦੇ ਸੀ, ਜੇ ਉਹਨਾਂ ਦੀ ਅੱਖਾਂ ਦੇ ਵਿੱਚ ਅੱਖਾਂ ਨਾ ਪਾ ਸਕੋ ਤੁਸੀਂ, ਫਿਰ ਜਿਹੜੇ ਮਰਜ਼ੀ ਰੁਤਬੇ ਤੇ ਪਹੁੰਚ ਜਾਓ। ਸੋ ਅਸੀਂ ਇਸ ਗੱਲ ਦੀ ਖੁਸ਼ੀ ਹੈ ਵੀ ਅਸੀਂ ਜਿਹੜੇ ਵੀ ਲੋਕਾਂ ਕੋਲੇ ਅੱਜ ਤੱਕ ਵੀ ਫਿਰਦੇ ਹਾਂ, ਅਸੀਂ ਅੱਜ ਵੀ ਉਹਨਾਂ ਦੇ ਕੋਲੇ ਜਾ ਕੇ ਬੈਠ ਜਾਂਦੇ, ਕਿਉਂਕਿ ਆਮ ਪਰਿਵਾਰਾਂ ਦੇ ਵਿੱਚੋਂ ਨਿਕਲ ਕੇ ਸਾਨੂੰ ਇਹ ਨਹੀਂਗਾ ਵੀ ਸਾਡੇ ਨਾਲ ਉਹ ਲਾਮ ਲਸ਼ਕਰ ਚੱਲੇ ਜਾਂ ਉਹ ਚੱਲੇ, ਸਾਨੂੰ ਇਹ ਕੀ ਇਹਨਾਂ ਚੀਜ਼ਾਂ ਨਾਲ ਨਹੀਂ, ਕਿਉਂਕਿ ਰੋਟੀ ਤਾਂ 2 ਹੀ ਖਾਣੀ ਹੈ, ਉਹੀ 3 ਟਾਈਮ ਦੀ ਰੋਟੀ ਉਹ ਖਾਂਦੇ ਹੋਣੇ ਭਗਵੰਤ ਮਾਨ ਸਾਹਿਬ, ਉਹੀ ਅਸੀਂ ਖਾਂਦੇ ਹਾਂ। ਪਰ ਉਹਨਾਂ ਨੇ ਜਿਹੜੇ ਕਮਿਟਮੈਂਟਸ ਕੀਤੀਆਂ ਸੀਗੀਆਂ, ਉਹ ਕਮਿਟਮੈਂਟ ਤੋਂ ਕਿਤੇ ਨਾ ਕਿਤੇ ਉਹ ਭੱਜਦੇ ਨਜ਼ਰ ਆ ਰਹੇ ਆ। ਮੈਂ ਇੱਕ ਜੁੜਤਾ ਦਾ ਸਵਾਲ ਤੁਹਾਨੂੰ ਫੇਰ ਕਰੂੰ, ਕਿਉਂਕਿ ਸਾਡੇ ਜ਼ਿਹਨ ਦੇ ਵਿੱਚ ਸਵਾਲ ਤਾਂ ਆਉਂਦੇ ਨੇ ਜੇ ਵੱਖ-ਵੱਖ ਲੀਡਰ ਵੱਖ-ਵੱਖ ਬਿਆਨ ਦਿੰਦੇ ਨੇ। ਰੁਲਦੂ ਸਿੰਘ ਮਾਨਸਾ ਦਾ ਬਿਆਨ ਉਮੀਦ ਆ ਤੁਸੀਂ ਸੁਣਿਆ ਹੋਵੇਗਾ, ਥੋੜੇ ਸਮਾਂ ਪਹਿਲਾਂ ਹੀ ਉਹ ਬਿਆਨ ਦੇ ਕੇ ਹਟੇ ਨੇ ਕਿ ਤਾਂ ਡਰਾਮੇ ਨੇ, ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਜਿਹੜਾ ਧਰਨਾ ਫਰੀਦਕੋਟ ਦੇ ਵਿੱਚ ਲੱਗਿਆ ਹੋਇਆ, ਕਿਉਂਕਿ 16 ਨੂੰ ਕਾਲ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ, ਅਗਲਾ ਦਿਨ ਆ ਗਿਆ 17 ਹੋ ਗਈ, ਬਟ ਉਹ ਚੱਕਾ ਜਾਮ ਅਜੇ ਵੀ ਆ, ਲੋਕ ਪਰੇਸ਼ਾਨ ਹੋ ਰਹੇ ਨੇ। ਸਾਫ਼ ਜਿਹੜੇ ਕਿਸਾਨ ਨੇ ਜਾਂ ਫਿਰ ਉੱਥੇ ਮੁੰਡੇ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ, ਉਹ ਕਹਿ ਰਹੇ ਨੇ ਕਿ ਅਸੀਂ ਸਿਰਫ ਐਂਬੂਲੈਂਸ ਨੂੰ ਜਾਣ ਦੇਵਾਂਗੇ, ਹੋਰ ਕਿਸੇ ਨੂੰ ਰਸਤਾ ਨਹੀਂ ਦੇਵਾਂਗੇ। ਰੁਲਦੂ ਸਿੰਘ ਮਾਨਸਾ ਉਹੀ ਕਿਸਾਨ ਲੀਡਰ ਨੇ ਜਿਹੜੇ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ ਇੱਕ ਆਗੂ ਸਨ। ਕਿਵੇਂ ਦੇਖਦੇ ਉਹਨਾਂ ਦਾ ਬਿਆਨ? ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਇਕਜੁੱਟਤਾ ਦਿਖਾਵਾਂਗੇ। ਨਹੀਂ, ਦੇਖੋ ਕਈ ਚੀਜ਼ਾਂ ਨਿੱਜੀ ਹੁੰਦੀਆਂ, ਕੋਈ ਉਹਨਾਂ ਦਾ ਮੇਰੇ ਹਿਸਾਬ ਤੇ ਮੈਂ ਉਹਦੇ ਤੇ ਕਮੈਂਟ ਨਹੀਂ ਕਰ ਸਕਦਾ, ਕੋਈ ਨਿੱਜੀ ਬਿਆਨ ਹੋਣਾ ਉਹਦੇ ਬਾਰੇ ਮੈਂ ਨਹੀਂ ਕਹਿ ਸਕਦਾ। ਪਰ ਸਾਡਾ ਤਾਂ ਇੱਕੋ ਹੀ ਗੱਲ ਹੈ ਵੀ ਜਦੋਂ SKM ਦੀ ਕਾਲ ਆਉਂਦੀ ਹੈ ਸਾਨੂੰ, ਜਿਹੜਾ ਸਾਨੂੰ ਹੁਕਮ ਲਾਉਂਦੇ, ਬੇਸ਼ੱਕ ਅਸੀਂ ਇਲੈਕਸ਼ਨ ਲੜੇ ਆ ਜਾਂ ਨਹੀਂ ਲੜੇ ਜਾਂ ਕਿਤੇ ਵੀ ਫਿਰਦੇ ਆ, ਅਸੀਂ ਉਹ SKM ਦਾ ਕਾਲ ਅੱਜ ਵੀ ਨਿਭਾਉਂਦੇ ਆ। ਸਾਨੂੰ ਇਹ ਹੈ ਵੀ ਹੁਣ ਜਦੋਂ ਜ਼ਿਆਦਾ ਜਥੇਬੰਦੀਆਂ ਬਣ ਜਾਣ, ਜ਼ਿਆਦਾ ਕਾਲਾਂ ਆਉਣ ਲੱਗ ਜਾਣ, ਉਦੋਂ ਆਮ ਲੋਕ ਪਰੇਸ਼ਾਨ ਹੁੰਦੇ ਆ। ਇਹ ਗੱਲ ਮੈਂ ਮੰਨਦਾ, 200% ਮੰਨਦਾ, ਕਿਉਂਕਿ ਜੇ ਕਿਤੇ ਆਪ ਵੀ ਜਾਂਦੇ ਆ ਤਾਂ ਗਾਂਹ ਧਰਨਾ ਲੱਗਿਆ ਨਾ, ਤਾਂ ਉਹ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਆਉਂਦਾ ਯਾਰ ਇਹ ਹਰ ਰੋਜ਼ ਲਾ ਲੈਂਦੇ ਆ। ਪਰ ਉਹ ਤੁਸੀਂ ਇਹ ਵੇਖੋ ਵੀ ਉਹ ਘਰ ਤੋਂ ਚੱਲੇ, ਸਵੇਰੇ ਚੱਲਦੇ ਆ 5 ਵਜੇ, ਕਈ ਵਾਰੀ ਰੋਟੀ ਵੀ ਨਹੀਂ ਮਿਲਦੀ, ਕਈ ਵਾਰੀ ਚਾਹ ਵੀ ਨਹੀਂ ਮਿਲਦੀ, ਆਪਦੇ ਬੱਚਿਆਂ ਨੂੰ ਵੀ ਛੱਡ ਕੇ ਠੰਡ ਦੇ ਮੌਸਮ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ ਸੜਕਾਂ ਦੇ ਉੱਤੇ ਬੈਠੇ, ਤਾਂ ਕਿੱਡੀ ਵੱਡੀ ਮਜਬੂਰੀ ਹੋਊਗੀ। ਕੋਈ ਉਹਦੇ ਨਾਲ ਉਹਨਾਂ ਨੂੰ ਕੋਈ ਇਨਕਮ ਥੋੜ੍ਹਾ ਸਟਾਰਟ ਹੋ ਜਾਂਦੀ ਹੈ, ਉਹ ਤਾਂ ਲੋਕਾਂ ਲਈ ਲੜ ਰਹੇ ਆ। ਸੋ ਇਹੋ ਜਿਹਾ ਕੁਝ ਥੋੜ੍ਹਾ ਬਹੁਤਾ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਜਾਂਦੀ ਹੈ, ਉਹਦੇ ਲਈ ਮੈਂ ਵੀ ਮਾਫੀ ਮੰਗਦਾ। ਪਰ ਇਹਨਾਂ ਦੀ ਵੀ ਮਜਬੂਰੀ ਹੈ, ਕਿਸਾਨਾਂ ਦੀ ਵੀ ਮਜਬੂਰੀ ਹੈ, ਉਹ ਵੀ ਉਹਨਾਂ ਕੋਲੇ ਕੋਈ ਹੱਲ ਨਹੀਂ, ਤਾਂ ਹੀ ਉਹ ਬੈਠਦੇ ਧਰਨੇ ਤੇ। ਤੁਹਾਨੂੰ ਲੱਗਦਾ ਕਿ ਆਖਰੀ ਸਵਾਲ ਆ ਮੇਰਾ, ਜਿਹੜਾ ਸਾਥ ਲੋਕਾਂ ਨੇ ਦਿੱਤਾ ਪੰਜਾਬ ਦੇ ਹੋਣ, ਹਰਿਆਣੇ ਦੇ ਹੋਣ, ਦਿੱਲੀ ਜਾ ਕੇ ਵੀ ਉਹਨਾਂ ਨੇ ਵੀ ਬੜਾ ਹੀ ਲੰਗਰ ਦੀ ਸੇਵਾ ਕੀਤੀ, ਇਹ ਆਪਾਂ ਮੁਨਕਰ ਨਹੀਂ ਹੋ ਸਕਦੇ, ਦਿੱਲੀ ਦੇ ਲੋਕ ਸਨ, ਹੈ ਨਾ। ਜਿਹੜਾ ਸਾਥ ਉਦੋਂ ਮਿਲਿਆ ਉਹ ਮਿਲੂ ਹੁਣ, ਕਿਉਂਕਿ ਲੋਕ ਅਸੀਂ ਜਦੋਂ ਵਿਚਰਦੇ ਹਾਂ, ਲੋਕ ਸਾਨੂੰ ਵੀ ਇਹੀ ਕਹਿੰਦੇ ਨੇ ਕਿ ਇਹ ਤਾਂ ਰੋਜ਼ ਦਾ ਕੰਮ ਹੋ ਗਿਆ। ਕੋਈ ਛੋਟੀ ਜਿਹੀ ਮੰਗ ਹੁੰਦੀ ਆ, ਸੜਕਾਂ ਤੇ ਉਤਰੇ ਆਉਂਦੇ ਨੇ, ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਵੱਖ-ਵੱਖ ਤਸਵੀਰਾਂ, ਵੀਡੀਓਜ਼ ਵੀ ਵਾਇਰਲ ਹੁੰਦੀਆਂ ਨੇ। ਲੋਕਾਂ ਦਾ ਦੁਬਾਰਾ ਦਿਲ ਜਿੱਤੋਗੇ? ਦੇਖੋ, ਲੋਕਾਂ ਦਾ ਦਿਲ ਨਹੀਂ ਜਿੱਤਿਆ, ਲੋਕਾਂ ਨੂੰ ਮੁੱਦੇ ਸਮਝਾਉਣ ਦਾ ਸਾਡਾ ਮਕਸਦ ਸੀ। ਜੇ ਲੋਕਾਂ ਨੂੰ ਮੁੱਦੇ ਸਮਝ ਆ ਜਾਂਦੇ ਨਾ, ਲੋਕ ਨਾਲ ਜੁੜ ਜਾਂਦੇ।
ਹੁਣ ਜਿਵੇਂ ਦਿੱਲੀ ਵਾਲਾ ਕੀ ਸੀਗਾ, ਪਹਿਲਾਂ ਬੜੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਵੀ ਲਾਅ ਕੀ ਹੈ। ਉਹ ਪਿੰਡਾਂ ਦੇ ਵਿੱਚ ਜਾ ਕੇ 2 ਜਥੇਬੰਦੀਆਂ ਇਕੱਠੀਆਂ ਹੋਈਆਂ, ਫਿਰ ਪਿੰਡ ਜਾ ਕੇ ਸੈਮੀਨਾਰ ਹੋਏ, ਫਿਰ ਉਸ ਤੋਂ ਬਾਅਦ ਹਰਿਆਣੇ ਦੀਆਂ ਜਥੇਬੰਦੀਆਂ ਨਾਲ ਹੋਈਆਂ, ਫਿਰ ਹੋਰ ਯੂਪੀ ਵਾਲੇ ਆਏ। ਜਿਵੇਂ ਹੁਣ ਤੁਸੀਂ ਸਪੋਜ਼ ਕਰੋ ਹਿਮਾਚਲ ਵਾਲੇ ਕਹਿੰਦੇ ਸੀ ਵੀ ਕਿਉਂ ਤੁਸੀਂ ਐਵੇਂ ਰੌਲਾ ਪਾਈ ਜਾਂਦੇ, ਨਹੀਂ ਬੈਠਣਾ ਚਾਹੀਦਾ ਧਰਨੇ 'ਤੇ। ਹੁਣ ਹਿਮਾਚਲ ਵਾਲਾ ਫਾਰਮਰ ਦਾ ਬੁਰਾ ਹਾਲ ਹੈ, ਕਿਉਂਕਿ ਜਦੋਂ ਇੱਥੇ ਨਹੀਂ ਉਹ ਦਬਾ ਸਕੇ ਤਾਂ ਹਿਮਾਚਲ ਵੱਲ ਵੜ ਕੇ ਉਹਨਾਂ ਦੇ ਐਪਲ ਦਾ ਬੁਰਾ ਹਾਲ ਕਰਤਾ। ਸੋ ਇਹ ਕਈ ਵਾਰੀ ਟਾਈਮ ਲੱਗ ਜਾਂਦਾ ਸਮਝਣ ਲਈ, ਜਿਵੇਂ ਜਿਵੇਂ ਲੋਕਾਂ ਨੂੰ ਮੁੱਦਾ ਸਮਝ ਆਊਗਾ। ਹੁਣ ਬੇਸ਼ੱਕ ਅੱਜ ਵਾਲਾ ਮੁੱਦਾ ਲੋਕਾਂ ਨੂੰ ਸ਼ਾਇਦ ਬਹੁਤ ਛੋਟਾ ਲੱਗਦਾ ਹੋਣਾ ਜਿਹਦੇ 'ਤੇ ਜਥੇਬੰਦੀਆਂ ਬੈਠੀਆਂ, ਪਰ ਕੀ ਕਿਸਾਨ ਨੂੰ ਤੁਸੀਂ ਕਹਿੰਦੇ ਮੁਆਵਜ਼ਾ ਨਹੀਂ ਮਿਲਣਾ ਚਾਹੀਦਾ ਜਿਹੜੀ ਉਹਦੀ ਫਸਲ ਮਰ ਗਈ ਉਹਦਾ? ਕੀ ਕਿਸਾਨ ਦਾ ਜਿਹੜਾ ਪਸ਼ੂਆਂ ਦਾ ਨੁਕਸਾਨ ਹੋਇਆ ਲੰਪੀ ਸਕਿਨ ਕਰਕੇ ਉਹਦਾ ਮੁਆਵਜ਼ਾ ਨਹੀਂ ਮਿਲਣਾ ਚਾਹੀਦਾ? ਕੀ ਜਿਹੜੇ ਤੁਸੀਂ ਲਾ ਲਓ ਪੈਸਟੀਸਾਈਡ ਜਾਂ ਹੋਰ ਚੀਜ਼ਾਂ ਦੇ ਵਿੱਚ ਘਪਲੇ ਨਿਕਲ ਕੇ ਆਏ ਹੈ, ਕੀ ਉਹਨਾਂ 'ਤੇ ਨਹੀਂ ਹੋਣਾ ਚਾਹੀਦਾ? ਕੀ ਜਿਹੜੀ ਕਿਸਾਨ ਨੂੰ ਅੱਜ DAP ਦੀ ਸ਼ਾਰਟੇਜ ਆ ਰਹੀ ਹੈ, ਸੋਇੰਗ ਦਾ ਸੀਜ਼ਨ 15 ਨਵੰਬਰ ਤੱਕ ਹੁੰਦਾ ਤੇ ਅੱਜ ਵੀ ਸੀਡ ਤੇ DAP ਦੀ ਸ਼ਾਰਟੇਜ ਚੱਲੀ ਜਾਂਦੀ ਹੈ ਪੰਜਾਬ ਦੇ ਵਿੱਚ। ਸੋ ਇਹਨਾਂ ਚੀਜ਼ਾਂ ਲਈ ਤਾਂ ਲੜਨਾ ਹੀ ਪਊਗਾ ਨਾ। ਇਹ ਤਾਂ ਮਾੜਾ ਮੋਟਾ ਕੁਛ 2-4% ਝੱਲਣਾ ਹੀ ਪੈਂਦਾ ਹੁੰਦਾ ਜਦੋਂ ਬਾਹਰ ਤੁਰਦੇ ਆ। ਕੁਛ ਲੋਕ ਤੁਹਾਡੇ ਉਲਟ ਵੀ ਹੁੰਦੇ ਆ, ਕੁਛ ਲੋਕ ਸਾਥ ਵੀ ਹੁੰਦੇ ਆ, ਪਰ ਤੁਹਾਡਾ ਮਕਸਦ ਜਿਹੜਾ ਸਾਫ਼ ਹੋਣਾ ਚਾਹੀਦਾ, ਫਿਰ ਪ੍ਰਮਾਤਮਾ ਆਪੇ ਹੀ ਫਤਿਹ ਕਰਦਾ। ਚਲੋ ਪਾਣੀਆਂ ਦੇ ਮੁੱਦੇ ਤੇ ਆ ਜਾਂਦੇ ਆ। ਤੁਸੀਂ ਪੱਕਾ ਧਰਨਾ ਚੰਡੀਗੜ੍ਹ ਦੇ ਵਿੱਚ ਲਾਉਣ ਦਾ ਐਲਾਨ ਕਰਤਾ, 5 ਜਥੇਬੰਦੀਆਂ ਦੇ ਵੱਲੋਂ ਹੋਵੇਗਾ ਉਹ ਧਰਨਾ, ਜਾਂ ਫਿਰ ਬਾਕੀ ਜਿਵੇਂ ਪਹਿਲਾਂ ਧਰਨਾ ਬਾਕੀ ਜਥੇਬੰਦੀਆਂ ਦਾ ਸਾਥ ਮਿਲਿਆ ਸੀ, ਬਾਕੀ ਜਥੇਬੰਦੀਆਂ ਵੀ ਇਸ ਧਰਨੇ ਦੇ ਵਿੱਚ ਆਉਣਗੀਆਂ? ਦੇਖੋ 5 ਜਥੇਬੰਦੀਆਂ ਨੇ ਇੱਕ ਕਹਿੰਦੇ ਹੁੰਦੇ ਆ ਪਹਿਲਾ ਸਟੈਪ ਲਿਆ, ਤੇ ਬਾਕੀ ਜਥੇਬੰਦੀਆਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ, ਮੀਟਿੰਗਾਂ ਚੱਲ ਰਹੀਆਂ ਉਹਨਾਂ ਦੀਆਂ। ਸੋ ਜਿਵੇਂ ਜਿਵੇਂ ਜਥੇਬੰਦੀਆਂ ਨੂੰ ਸਮਝ ਲੱਗੂਗੀ, ਜਿਵੇਂ ਜਿਵੇਂ ਉਹਨਾਂ ਨੂੰ ਲੱਗੂਗਾ ਵੀ ਸਾਨੂੰ ਇਹ ਜੁਆਇਨ ਕਰਨਾ ਚਾਹੀਦਾ, ਕਿਉਂਕਿ ਮੁੱਦਾ ਸਾਂਝਾ ਹੈ। ਉਹਦੇ ਵਿੱਚ ਸੰਯੁਕਤ ਸਮਾਜ ਮੋਰਚਾ ਵੀ ਜਿਹੜੇ ਜਿੰਨੇ ਸਾਡੇ ਕੈਂਡੀਡੇਟ ਸੀ ਉਹ ਵੀ ਉਹਦੇ ਵਿੱਚ ਸ਼ਮੂਲੀਅਤ ਕਰਨਗੇ, ਜਾਂ ਹੋਰ ਵੀ ਜਿਹੜੇ ਲੋਕ ਆਮ ਲੋਕ ਵੀ ਹੈ, ਕਿਉਂਕਿ ਇੱਕ ਅਸੀਂ ਸੈਮੀਨਾਰ ਕਰਾ ਰਹੇ ਹਾਂ 24 ਤਰੀਕ ਨੂੰ ਚੰਡੀਗੜ੍ਹ, ਇੱਕ 28 ਨੂੰ ਹੋ ਰਿਹਾ, ਇੱਕ 30 ਨੂੰ ਹੋ ਰਿਹਾ, ਅਲੱਗ-ਅਲੱਗ ਜਗ੍ਹਾ। ਸੋ ਲੋਕਾਂ ਨੂੰ ਜਾਗਰੂਕ ਕੀ ਕਰਨਾ, ਕਿਉਂਕਿ ਪਾਣੀ ਇੱਕ ਇਹ ਤਾਂ ਹੈ ਨਹੀਂਗਾ ਵੀ ਇਕੱਲੇ ਜਿਹੜੇ ਬਲਵੀਰ ਸਿੰਘ ਰਾਜੇਵਾਲ ਨੂੰ ਹੀ ਚਾਹੀਦਾ ਜਾਂ ਕਿਸੇ ਇੱਕ ਉਸ ਲੀਡਰ ਨੂੰ ਹੀ ਚਾਹੀਦਾ। ਪਾਣੀ ਤਾਂ ਹਰ ਬੰਦੇ ਦੀ ਲੋੜ ਹੈ, ਉਹਦੇ ਲਈ ਲੜ ਰਹੇ ਹਾਂ ਤੇ ਸਾਰੇ ਜੁਆਇਨ ਕਰਨਗੇ। ਹੌਲੀ-ਹੌਲੀ ਟਾਈਮ ਜ਼ਰੂਰ ਲੱਗੂਗਾ। ਸੋ ਇਹ ਸਨ ਰਵਨੀਤ ਬਰਾੜ, ਕਿਸਾਨ ਲੀਡਰ ਨੇ, ਜਿਨ੍ਹਾਂ ਦੇ ਵੱਲੋਂ ਫੇਰ ਉਹੀ ਗੱਲ ਦੁਹਰਾਈ ਜਾ ਰਹੀ ਹੈ ਕਿ ਜਿਸ ਤਰੀਕੇ ਦਾ ਸਾਥ ਲੋਕਾਂ ਦਾ ਮਿਲਿਆ ਸੀ ਇਸ ਵਾਰ ਫੇਰ ਮਿਲੇਗਾ, ਅਤੇ ਜੇਕਰ ਲੋੜ ਪਈ ਦੁਬਾਰੇ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਇੱਕੋ ਮੰਚ ਤੇ ਵੀ ਨਜ਼ਰ ਆਉਣਗੀਆਂ। ਕੈਮਰਾਮੈਨ ਸੁਨੀਲ ਦੇ ਨਾਲ ਜਗਵਿੰਦਰ ਸਿੰਘ, ਨਿਊਜ਼ ਓਨਲੀ, ਮੋਹਾਲੀ।